ਹਫ਼ਤੇ ਭਰ ਦੀਆਂ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਕੁਝ ਅਪਡੇਟਸ ਲੈ ਕੇ ਮੈਂ ਬਰੁਨ ਕੌਰ ਮਾਨ ਹਾਜ਼ਰ ਹਾਂ। ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹਾਂ ਪੰਜਾਬ ਮੇਲ USA TV। ਵਾਰਡਨ ਪ੍ਰਸ਼ਾਸਨ ਵੱਲੋਂ ਬਾਰਡਰ ਕ੍ਰਾਸਿੰਗ ਨੂੰ ਰੋਕਣ ਦੇ ਲਈ ਨਵਾਂ ਕਾਨੂੰਨੀ ਮਾਈਗ੍ਰੇਸ਼ਨ ਪ੍ਰੋਗਰਾਮ ਸ਼ੁਰੂ। ਵਾਰਡਨ ਨੇ ਗੈਰ ਕਾਨੂੰਨੀ ਪਰਿਵਾਰਾਂ ਦੇ DNA ਜਾਂਚ ਦੇ ਫੈਸਲੇ ਨੂੰ ਬਦਲਿਆ। ਕੈਨੇਡਾ 'ਚ ਅਮਰੀਕੀ H1B ਵੀਜ਼ਾ ਧਾਰਕਾਂ ਦੀ ਅਰਜ਼ੀਆਂ ਦਾ ਕੋਟਾ ਪੂਰਾ। ਅਮਰੀਕੀ ਸੰਘੀ ਏਜੰਟਾਂ ਵੱਲੋਂ ਸਵੈ ਇੱਛਤ ਵਾਪਸੀ ਲਈ ਸ਼ਰਨ ਮੰਗਣ ਵਾਲਿਆਂ ਤੇ ਪਾਇਆ ਜਾ ਰਿਹਾ ਦਬਾਅ। ਤੁਸੀਂ ਹੁਣ ਆਪਣੇ ਕੰਮ ਅਤੇ ਯਾਤਰਾ ਪਰਮਿਟ ਦੇ ਉਡੀਕ ਸਮੇਂ ਨੂੰ ਆਨਲਾਈਨ ਕਰ ਸਕਦੇ ਹੋ ਟਰੈਕ। ਡੌਂਕੀ ਲਗਾ ਕੇ US ਜਾਣ ਦਾ ਗੁਜਰਾਤੀਆਂ ਤੇ ਹੈ ਭੂਤ ਸਵਾਰ। ਹੁਣ ਕੈਰੇਬੀਆ ਦੇਸ਼ 'ਚ 9 ਲੋਕਾਂ ਦਾ ਗਰੁੱਪ ਹੋਇਆ ਲਾਪਤਾ। ਹੁਣ ਤੁਸੀਂ ਅਮਰੀਕਨ ਇਮੀਗ੍ਰੇਸ਼ਨ ਵਿਭਾਗ ਵੱਲੋਂ ਫਿੰਗਰਪ੍ਰਿੰਟ ਅਪਾਇੰਟਮੈਂਟ ਆਨਲਾਈਨ ਰਾਹੀਂ ਅੱਗੇ ਕਰਾ ਸਕਦੇ ਹੋ। ਅਜੇ ਕੈਨੇਡਾ ਨੂੰ ਨਿਊ ਕਮਰਸ ਦੀ ਹੈ ਹੋਰ ਲੋੜ। ਰਿਪੋਰਟ। ਅਮਰੀਕਾ ਦੀ ਗੈਰ ਕਾਨੂੰਨੀ ਆਬਾਦੀ ਪਿਛਲੇ 2 ਸਾਲਾਂ ਦੇ ਵਿੱਚ 2.3 ਮਿਲੀਅਨ ਵਧੀ। ਬ੍ਰਿਟੇਨ ਵਿੱਚ ਫਸੀ 40,000 ਭਾਰਤੀ ਵਿਦਿਆਰਥੀਆਂ ਦੀ ਡਿਗਰੀ। ਜਾਣੋ ਕਾਰਨ। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਵਾਈਡਨ ਪ੍ਰਸ਼ਾਸਨ ਜਲਦੀ ਹੀ ਇੱਕ ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ ਸ਼ੁਰੂ ਕਰੇਗਾ ਜਿਸ ਨਾਲ ਅਮਰੀਕਾ ਦੇ ਗੁਆਂਢੀ ਮੁਲਕਾਂ ਦੇ ਲੋਕਾਂ ਨੂੰ ਗੈਰ ਕਾਨੂੰਨੀ ਸਰਹੱਦ ਪਾਰ ਕਰਨ ਦੇ ਵਿਕਲਪ ਵਜੋਂ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੋਣ ਦੀ ਆਗਿਆ ਦਿੱਤੀ ਜਾਏਗੀ। ਇਸ ਪ੍ਰੋਗਰਾਮ ਨੂੰ ਫੈਮਿਲੀ ਰੀਯੂਨੀਫਿਕੇਸ਼ਨ ਪੈਰੋਲ ਪ੍ਰੋਸੈਸ ਕਿਹਾ ਜਾਂਦਾ ਹੈ। ਇਨ੍ਹਾਂ ਮੁਲਕਾਂ 'ਚ ਕੋਲੰਬੀਆ, ਅਲ ਸਲਵਾਡੋਰ, ਗੁਆਟੇਮਾਲਾ ਤੇ ਹੋਂਡੁਰਾਸ ਦੇ ਯੋਗ ਪ੍ਰਵਾਸੀਆਂ ਨੂੰ ਵਰਕ ਪਰਮਿਟ ਪ੍ਰਦਾਨ ਕੀਤਾ ਜਾਏਗਾ। ਇਨ੍ਹਾਂ ਪ੍ਰਵਾਸੀਆਂ ਦੇ ਅਮਰੀਕੀ ਨਾਗਰਿਕ ਜਾਂ ਸਥਾਈ ਨਿਵਾਸੀ ਰਿਸ਼ਤੇਦਾਰ ਅਮਰੀਕਾ 'ਚ ਪੱਕੇ ਤੌਰ ਤੇ ਰਹਿੰਦੇ ਹੋਣੇ ਚਾਹੀਦੇ ਨੇ। ਪਿਛਲੇ ਦਿਨਾਂ ਦੌਰਾਨ ਇਨ੍ਹਾਂ ਮੁਲਕਾਂ ਵਿੱਚੋਂ ਭਾਰੀ ਗਿਣਤੀ 'ਚ ਉੱਥੋਂ ਦੇ ਸਥਾਨਕ ਲੋਕ ਅਮਰੀਕਾ 'ਚ ਗੈਰ ਕਾਨੂੰਨੀ ਤੌਰ ਤੇ ਪ੍ਰਵੇਸ਼ ਕਰ ਰਹੇ ਨੇ। ਅਮਰੀਕੀ ਸੁਰੱਖਿਆ ਦਸਤਿਆਂ ਵੱਲੋਂ ਇਹਨਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਰੋਕਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਰਹੀ ਹੈ। 2023 ਦੀ ਸ਼ੁਰੂਆਤ ਤੋਂ ਟੈਕਸਸ ਵਿੱਚ ਬਾਰਡਰ ਏਜੰਟਾਂ ਨੇ 100 ਤੋਂ ਵੱਧ ਟਰੱਕਾਂ ਨੂੰ ਰੋਕਿਆ। ਇਹਨਾਂ ਟਰੱਕਾਂ ਵਿੱਚੋਂ ਭਾਰੀ ਗਿਣਤੀ 'ਚ ਪ੍ਰਵਾਸੀ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਪ੍ਰਵੇਸ਼ ਕਰ ਰਹੇ ਸਨ। ਇਸ ਵਕਤ ਤਸਕਰਾਂ ਨੂੰ ਡਰੱਗ ਨਾਲੋਂ ਪ੍ਰਵਾਸੀਆਂ ਨੂੰ ਬਾਰਡਰ ਟਪਾਉਣ ਵਿੱਚ ਜ਼ਿਆਦਾ ਪੈਸਾ ਕਮਾਉਣ ਦਾ ਮੌਕਾ ਮਿਲ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ 2019 ਚ ਸ਼ੁਰੂ ਕੀਤੇ ਇੱਕ ਪ੍ਰੋਗਰਾਮ ਨੂੰ ਬਦਲ ਦਿੱਤਾ ਹੈ। ਇਸ ਪ੍ਰੋਗਰਾਮ ਦੇ ਅਧੀਨ ਗੈਰ ਕਾਨੂੰਨੀ ਆਉਣ ਵਾਲੇ ਪਰਿਵਾਰਾਂ ਦੀ DNA ਜਾਂਚ ਕੀਤੀ ਜਾਂਦੀ ਸੀ ਤਾਂ ਜੋ ਗੈਰ ਕਾਨੂੰਨੀ ਪ੍ਰਵਾਸੀ ਲੋਕਾਂ ਨੂੰ ਪਰਿਵਾਰਕ ਸੰਬੰਧਾਂ ਦਾ ਝੂਠਾ ਦਾਅਵਾ ਕਰਕੇ ਬੱਚਿਆਂ ਦੀ ਤਸਕਰੀ ਤੋਂ ਬਚਾਇਆ ਜਾ ਸਕੇ। DNA ਟੈਸਟ ਮੌਕੇ ਤੇ ਹੀ ਕੀਤਾ ਜਾਂਦਾ ਸੀ ਅਤੇ ਇਸ ਦੀ ਰਿਪੋਰਟ ਕੁਝ ਮਿੰਟਾਂ ਅੰਦਰ ਹੀ ਪਤਾ ਲੱਗ ਸਕਦੀ ਸੀ। ਇਸ ਟੈਸਟ ਦੇ ਨਾਲ ਮਾਤਾ-ਪਿਤਾ ਤੇ ਬੱਚੇ ਦੇ ਰਿਸ਼ਤੇ ਬਾਰੇ ਪੱਕੀ ਜਾਣਕਾਰੀ ਪ੍ਰਾਪਤ ਕੀਤੀ ਜਾਂਦੀ ਸੀ। ਫਲੋਰੈਂਸ ਮੁਕੱਦਮੇ 'ਚ 2015 ਦੇ ਸੰਘੀ ਅਦਾਲਤ ਦੇ ਫੈਸਲੇ ਦੇ ਕਾਰਨ ਓਬਾਮਾ ਅਤੇ ਟਰੰਪ ਪ੍ਰਸ਼ਾਸਨ ਦੇ ਦੌਰਾਨ US ਬਾਰਡਰ ਤੇ ਪਹੁੰਚਣ ਵਾਲੀਆਂ ਜਾਲੀ ਪਰਿਵਾਰਕ ਇਕਾਈਆਂ ਦੀ ਵੱਧਦੀ ਗਿਣਤੀ ਇੱਕ ਗੰਭੀਰ ਸਮੱਸਿਆ ਬਣ ਗਈ ਸੀ। ਉਸ ਫੈਸਲੇ ਦੇ ਵਿੱਚ ਜ਼ਿਲ੍ਹਾ ਅਦਾਲਤ ਨੇ ਕਿਹਾ ਕਿ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਕੇਬਲ ਨਾਬਾਲਗਾਂ ਨੂੰ ਹੀ ਵੱਧ ਤੋਂ ਵੱਧ 20 ਦਿਨਾਂ ਲਈ ਹਿਰਾਸਤ ਵਿੱਚ ਲੈ ਸਕਦਾ ਹੈ, ਚਾਹੇ ਉਹ ਮਾਪਿਆਂ ਦਾ ਸਰਪ੍ਰਸਤ ਦੇ ਨਾਲ ਹੋਣ। 2016 ਚ 9ਵੀਂ ਸਰਕਟ ਕੋਰਟ ਆਫ ਅਪੀਲਸ ਦੁਆਰਾ ਪੁਸ਼ਟੀ ਕੀਤੇ ਗਏ ਇਸ ਫੈਸਲੇ ਨੇ ਉਹਨਾਂ ਦੇ ਨਾਲ ਆਏ ਮਾਪਿਆਂ ਜਾਂ ਸਰਪ੍ਰਸਤਾਂ ਦੇ ਨਾਲ ਨਾਬਾਲਗਾਂ ਦੀ ਵਿਆਪਕ ਰਿਹਾਈ ਦੀ ਅਗਵਾਈ ਕੀਤੀ। ਦੁਨੀਆ ਭਰ ਦੇ ਲੋਕ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਅਮਰੀਕਾ 'ਚ ਪ੍ਰਵਾਸ ਕਰਨ ਦੇ ਲਈ ਬਾਰਡਰਾਂ ਤੇ ਪਹੁੰਚ ਗਏ। ਜਾਂਚ ਕਰਨ ਤੇ ਪਤਾ ਲੱਗਿਆ ਕਿ ਇਹਨਾਂ ਵਿੱਚ ਬਹੁਤ ਸਾਰੇ ਬੱਚੇ ਸਮਗਲ ਕਰਕੇ ਲਿਆਂਦੇ ਗਏ ਸਨ ਜਿਨ੍ਹਾਂ ਦਾ ਉਹਨਾਂ ਨਾਲ ਆਉਣ ਵਾਲੇ ਫਰਜ਼ੀ ਮਾਂ-ਬਾਪ ਨਾਲ ਕੋਈ ਸੰਬੰਧ ਨਹੀਂ ਸੀ। DNA ਟੈਸਟਿੰਗ ਕੰਪਨੀ ਨਾਲ ਅਮਰੀਕੀ ਸਰਕਾਰ ਦਾ ਇਕਰਾਰ ਖਤਮ ਹੋ ਗਿਆ ਹੈ ਅਤੇ ਬਾਈਡਨ ਪ੍ਰਸ਼ਾਸਨ ਨੇ ਇਸ ਨੂੰ ਰੀਨਿਊ ਨਾ ਕਰਨ ਦਾ ਫੈਸਲਾ ਕੀਤਾ ਹੈ। ਅਮਰੀਕਾ ਦੇ 10,000 H1B ਵੀਜ਼ਾ ਧਾਰਕਾਂ ਨੂੰ ਦੇਸ਼ 'ਚ ਆਉਣ ਤੇ ਕੰਮ ਕਰਨ ਦੀ ਆਗਿਆ ਦੇਣ ਦੇ ਕੈਨੇਡਾ ਸਰਕਾਰ ਦੇ ਫੈਸਲੇ ਨਾਲ ਭਾਰਤੀ ਪੇਸ਼ੇਵਰਾਂ ਨੂੰ ਫਾਇਦਾ ਮਿਲਣਾ ਤੈਅ ਹੈ। ਇਸ ਯੋਜਨਾ ਤਹਿਤ ਪਹਿਲੇ ਹੀ ਦਿਨ ਅਰਜ਼ੀਆਂ ਦਾ ਟੀਚਾ ਪੂਰਾ ਹੋ ਜਾਣ ਨਾਲ ਕੈਨੇਡਾ ਸਰਕਾਰ ਕਾਫੀ ਉਤਸ਼ਾਹਿਤ ਨਜ਼ਰ ਆਈ। ਦੇਸ਼ ਵਿੱਚ ਉੱਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਕਮੀ ਕਾਰਨ ਕੈਨੇਡਾ ਨੇ ਹਾਲੀਆ ਇਸ ਯੋਜਨਾ ਦਾ ਐਲਾਨ ਕੀਤਾ ਸੀ। ਕੈਨੇਡਾ ਸਰਕਾਰ ਨੇ ਅਮਰੀਕੀ H1B ਵੀਜ਼ਾ ਧਾਰਕਾਂ ਲਈ ਨਵਾਂ ਵਰਕ ਪਰਮਿਟ ਰਸਮੀ ਤੌਰ ਤੇ 16 ਜੁਲਾਈ ਨੂੰ ਅਪਲਾਈ ਕਰਨ ਲਈ ਖੋਲ੍ਹਿਆ ਸੀ। ਇਮੀਗ੍ਰੇਸ਼ਨ, ਸ਼ਰਨਾਰਥੀ ਤੇ ਨਾਗਰਿਕ ਕੈਨੇਡਾ ਦਾ ਕਹਿਣਾ ਹੈ ਕਿ ਬਿਨੈਕਾਰ ਹੁਣ ਇਸ ਯੋਜਨਾ ਲਈ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। IRCC ਨੇ ਆਪਣੀ ਵੈਬਸਾਈਟ ਤੇ ਕਿਹਾ ਕਿ ਅਸੀਂ 17 ਜੁਲਾਈ 2023 ਨੂੰ ਇਸ ਪਹਿਲ ਦੇ ਲਈ 10,000 ਅਰਜ਼ੀਆਂ ਦੀ ਹੱਦ ਤੱਕ ਪਹੁੰਚ ਗਏ ਹਾਂ।
ਹੁਣ ਹੋਰ ਅਰਜ਼ੀ ਸਵੀਕਾਰ ਨਹੀਂ ਕੀਤੀ ਜਾ ਰਹੀ। ਯੋਜਨਾ ਤਹਿਤ H1B ਵੀਜ਼ਾ ਧਾਰਕਾਂ ਦੇ ਪਰਿਵਾਰਾਂ ਨੂੰ ਵੀ ਅਧਿਐਨ ਤੇ ਵਰਕ ਪਰਮਿਟ ਜਾਰੀ ਕੀਤਾ ਜਾ ਸਕਦਾ ਹੈ। ਉਹ ਕੈਨੇਡਾ 'ਚ ਆਰਜ਼ੀ ਨਿਵਾਸ ਲਈ ਅਪਲਾਈ ਕਰ ਸਕਦੇ ਨੇ। ਅਮਰੀਕੀ ਤਕਨੀਕੀ ਕੰਪਨੀਆਂ ਵੱਲੋਂ ਛਾਂਟੀ ਦੇ ਸ਼ਿਕਾਰ H1B ਵੀਜ਼ਾ ਧਾਰਕਾਂ ਨੂੰ ਇਸ ਨਾਲ ਫਾਇਦਾ ਮਿਲਣਾ ਤੈਅ ਹੈ। ਇਹਨਾਂ 'ਚ ਵੱਡੀ ਗਿਣਤੀ 'ਚ ਭਾਰਤੀ ਪੇਸ਼ੇਵਰਾਂ ਦੀ ਹੈ। H1B ਇੱਕ ਗੈਰ ਅਪਰਵਾਸੀ ਵੀਜ਼ਾ ਹੈ ਜਿਸ ਦੇ ਆਧਾਰ ਤੇ ਅਮਰੀਕੀ ਕੰਪਨੀਆਂ ਨੂੰ ਸਿਖਲਾਈ ਪ੍ਰਾਪਤ ਵਿਦੇਸ਼ੀ ਕਾਮਿਆਂ ਨੂੰ ਖਾਸ ਸਮੇਂ ਲਈ ਨਿਯੁਕਤ ਕਰਨ ਦੀ ਆਗਿਆ ਮਿਲਦੀ ਹੈ। ਪਿਛਲੇ ਦਿਨੀ ਇਮੀਗ੍ਰੇਸ਼ਨ ਵਕੀਲਾਂ ਨੇ ਚੇਤਾਵਨੀ ਦਿੱਤੀ ਹੈ ਕਿ ਬਾਰਡਰ ਏਜੰਟ ਕੁਝ ਵੈਨਜ਼ੂਏਲਾ ਪਨਾਹ ਮੰਗਣ ਵਾਲਿਆਂ ਨੂੰ ਅਮਰੀਕਾ ਵਿੱਚ ਰਹਿਣ ਦਾ ਇੱਕ ਵੱਡਾ ਮੌਕਾ ਦੇਣ ਦਾ ਵਾਅਦਾ ਕਰ ਰਹੇ ਨੇ ਜੇਕਰ ਉਹ ਪਹਿਲਾਂ ਮੈਕਸੀਕੋ ਪਰਤਣ ਦੇ ਲਈ ਸਹਿਮਤ ਹੁੰਦੇ ਨੇ ਅਤੇ ਉੱਥੋਂ ਦੁਬਾਰਾ ਦਾਖਲ ਹੋਣ ਦੇ ਲਈ ਅਪਾਇੰਟਮੈਂਟ ਲੈਂਦੇ ਨੇ ਜਾਂ ਨਹੀਂ ਤਾਂ ਦੇਸ਼ ਨਿਕਾਲਾ ਦਿੱਤਾ ਜਾਂਦਾ ਹੈ। ਪਰ ਫਿਰ ਪ੍ਰਵਾਸੀਆਂ ਨੂੰ ਮੈਕਸੀਕੋ ਦੇ ਅੰਦਰੂਨੀ ਹਿੱਸੇ ਵਿੱਚ ਭੇਜਿਆ ਜਾਂਦਾ ਹੈ ਅਤੇ ਅਮਰੀਕੀ ਸ਼ਰਨ ਪ੍ਰਣਾਲੀ ਤੱਕ ਪਹੁੰਚਣ ਦੇ ਕਿਸੇ ਵੀ ਤਰੀਕੇ ਦੇ ਬਿਨਾਂ ਉੱਥੇ ਫਸ ਜਾਂਦੇ ਨੇ। ਲੋਕ ਰਿਪੋਰਟ ਕਰਦੇ ਨੇ ਕਿ ਅਮਰੀਕੀ ਸੰਘੀ ਏਜੰਟਾਂ ਦੁਆਰਾ ਪ੍ਰਬੰਧਨ ਲਈ ਸਾਈਨ ਅਪ ਕਰਨ ਦੇ ਲਈ ਦਬਾਅ ਪਾਇਆ ਜਾ ਰਿਹਾ ਹੈ ਜਿਸ ਨੂੰ ਸਵੈ ਇੱਛਤ ਵਾਪਸੀ ਕਿਹਾ ਜਾਂਦਾ ਹੈ, ਜਿਸ ਵਿੱਚ US ਮੈਕਸੀਕੋ ਸਰਹੱਦ ਪਾਰ ਜਾਂ ਉਹਨਾਂ ਦੇਸ਼ਾਂ 'ਚ ਵਾਪਸ ਜਾਣ ਦਾ ਵਿਕਲਪ ਸ਼ਾਮਲ ਹੁੰਦਾ ਹੈ ਜਿੱਥੇ ਉਹ ਮੂਲ ਰੂਪ ਦੇ ਵਿੱਚ ਭੱਜ ਕੇ ਆਏ ਸਨ। US ਸਰਕਾਰ ਇੱਕ ਕਿਸਮ ਦੀ ਸਟਿਕ ਅਤੇ ਕੈਰਟ ਪਹੁੰਚ ਅਪਣਾਉਂਦੀ ਹੈ ਕਿਉਂਕਿ ਉਹ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ 'ਚ ਘੱਟ ਲੋਕਾਂ ਨਾਲ ਨਜਿੱਠਣਾ ਚਾਹੁੰਦੇ ਨੇ। ਸਟਿਕ ਨੂੰ ਦੇਸ਼ ਨਿਕਾਲੇ ਅਤੇ ਸੰਬੰਧਿਤ ਨਤੀਜਿਆਂ ਦੀ ਧਮਕੀ ਦਿੱਤੀ ਜਾ ਰਹੀ ਹੈ ਜਿਵੇਂ ਕਿ ਅਮਰੀਕਾ ਵਾਪਸ ਆਉਣ ਤੇ 5 ਸਾਲ ਦੀ ਪਾਬੰਦੀ ਜਦੋਂ ਤੱਕ ਉਹ ਛੱਡਣ ਦੇ ਲਈ ਸਹਿਮਤ ਨਹੀਂ ਹੁੰਦੇ, ਇਸ ਤੋਂ ਪਹਿਲਾਂ ਕਿ ਉਹ ਇੰਟਰਵਿਊ ਵਿੱਚੋਂ ਲੰਘਦੇ ਨੇ ਜੋ ਘਰ ਜਾਣ ਦੇ ਭਰੋਸੇਯੋਗ ਡਰ ਲਈ ਸਕਰੀਨ ਕਰਦਾ ਹੈ। ਅਮਰੀਕਾ ਦੇ ਕੇਸਾਂ ਦੀ ਅਪਡੇਟ ਦੇਖਣ ਦੇ ਲਈ ਬਿਨੇਕਾਰਾਂ ਨੂੰ ਕਾਫੀ ਤਣਾਅਪੂਰਨ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਬਿਨੇਕਾਰਾਂ ਲਈ ਆਪਣੀਆਂ ਅਰਜ਼ੀਆਂ ਦੀ ਉਡੀਕ ਸਮੇਂ ਦੀ ਆਨਲਾਈਨ ਜਾਂਚ ਕਰਨਾ ਆਸਾਨ ਬਣਾ ਰਿਹਾ ਹੈ। ਫੈਡਰਲ ਏਜੰਸੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਪ੍ਰੋਸੈਸਿੰਗ ਟਾਈਮ ਟੂਲ ਜਿਸ ਨੂੰ ਮਾਈ ਪ੍ਰੋਗਰੈਸ ਕਿਹਾ ਜਾਂਦਾ ਹੈ ਨੂੰ ਫਾਰਮ I-765 ਅਤੇ ਫਾਰਮ I-131 ਤੱਕ ਵਧਾ ਰਹੀ ਹੈ। USCIS ਨੇ ਇੱਕ ਬਿਆਨ 'ਚ ਕਿਹਾ ਮਾਈ ਪ੍ਰੋਗਰੈਸ ਟੂਲ ਬਿਨੇਕਾਰਾਂ ਨੂੰ ਉਹਨਾਂ ਦੇ ਕੇਸ ਦੇ ਉਡੀਕ ਸਮੇਂ ਅਤੇ ਵਿਅਕਤੀਗਤ ਅੰਦਾਜ਼ੇ ਪ੍ਰਾਪਤ ਕਰਨ 'ਚ ਮਦਦ ਕਰੇਗਾ ਜਿਸ ਨਾਲ ਉਹਨਾਂ ਦੇ ਅੰਤਿਮ ਕੇਸ ਦੇ ਫੈਸਲੇ ਵੀ ਸ਼ਾਮਲ ਨੇ। ਮਤਲਬ ਕਿ ਜੱਜ ਵੱਲੋਂ ਜੋ ਵੀ ਫੈਸਲਾ ਕੀਤਾ ਜਾਏਗਾ ਉਸ ਨੂੰ ਵੀ ਹੁਣ ਵੈਬਸਾਈਟ ਤੇ ਦੇਖਿਆ ਜਾ ਸਕੇਗਾ। ਏਜੰਸੀ ਨੇ ਕਿਹਾ ਹਾਲਾਂਕਿ ਅਨੁਮਾਨ ਸਮਾਨ ਵਿਸ਼ੇਸ਼ਤਾਵਾਂ ਵਾਲੇ ਕੇਸਾਂ ਦੇ ਇਤਿਹਾਸਕ ਪੈਟਰਨਾਂ ਤੇ ਆਧਾਰਿਤ ਨੇ ਪਰ ਇਸ ਦੀ ਕੋਈ ਗਾਰੰਟੀ ਨਹੀਂ ਦਿੱਤੀ ਜਾ ਸਕਦੀ। ਹਰ ਸੰਭਵ ਵਿਲੱਖਣ ਐਪਲੀਕੇਸ਼ਨ ਪ੍ਰੋਸੈਸਿੰਗ ਦੇਰੀ ਨੂੰ ਧਿਆਨ 'ਚ ਨਹੀਂ ਰੱਖ ਸਕਦੇ ਨੇ ਅਤੇ ਅਸਲ ਪ੍ਰੋਸੈਸਿੰਗ ਸਮਾਂ ਵੱਧ ਜਾਂ ਘੱਟ ਵੀ ਹੋ ਸਕਦਾ ਹੈ। ਗੁਜਰਾਤੀਆਂ ਤੇ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ਪਹੁੰਚਣ ਦਾ ਭੂਤ ਇਸ ਕਦਰ ਸਵਾਰ ਹੈ ਕਿ ਇਸ ਖੇਡ 'ਚ ਉਹ ਕਈ ਵਾਰ ਆਪਣੀ ਜਾਨ ਦਾਅ ਤੇ ਵੀ ਲਾਉਂਦੇ ਨੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਸਾਰੇ ਪੰਜਾਬੀ ਵੀ ਇਵੇਂ ਕਰਦੇ ਨੇ। ਖਬਰ ਗੁਜਰਾਤ ਤੋਂ ਹੈ। ਗੁਜਰਾਤ ਵਿੱਚ ਪਹਿਲਾਂ ਤਾਂ ਫਰਜ਼ੀ ਏਜੰਟਾਂ ਨੂੰ ਪੈਸਾ ਦੇ ਕੇ ਲੋਕ ਅਮਰੀਕਾ ਜਾਣ ਨੂੰ ਤਿਆਰ ਹੋ ਜਾਂਦੇ ਨੇ ਪਰ ਬਾਅਦ ਵਿੱਚ ਜਦੋਂ ਉਹਨਾਂ ਦੇ ਪਰਿਵਾਰ ਵਾਲਿਆਂ ਨਾਲ ਉਹਨਾਂ ਦਾ ਸੰਪਰਕ ਟੁੱਟ ਜਾਂਦਾ ਹੈ ਤਾਂ ਇਹੀ ਪਰਿਵਾਰ ਸ਼ਿਕਾਇਤ ਲੈ ਕੇ ਪੁਲਿਸ ਦੇ ਕੋਲ ਪਹੁੰਚਦੇ ਨੇ। ਹੁਣ ਅਜਿਹਾ ਹੀ ਇੱਕ ਹੋਰ ਮਾਮਲਾ ਗੁਜਰਾਤ ਪੁਲਿਸ ਦੇ ਕੋਲ ਪਹੁੰਚਿਆ। ਇੱਕ ਮੀਡੀਆ ਰਿਪੋਰਟ ਦੇ ਮੁਤਾਬਕ ਲਗਭਗ 6 ਮਹੀਨੇ ਪਹਿਲਾਂ ਕੈਰੀਬੀਆਈ ਦੇਸ਼ ਦੇ ਰਸਤੇ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਤੇ ਨਿਕਲੇ ਭਰਤ ਰਿਬਾਰੀ ਨਾਂ ਦੇ ਸ਼ਖਸ ਦੀ ਪਤਨੀ ਚੇਤਨਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਾਅਵਾ ਕਰਦੇ ਹੋਏ ਕਿਹਾ ਕਿ ਉਸਦੇ ਪਤੀ ਸਮੇਤ 9 ਲੋਕ ਜਨਵਰੀ ਦੇ ਪਹਿਲੇ ਹਫ਼ਤੇ 'ਚ ਅਮਰੀਕਾ ਲਈ ਰਵਾਨਾ ਹੋਏ ਸੀ। ਉਹਨਾਂ 'ਚੋਂ 4 ਮਹਿਸਾਣਾ ਜ਼ਿਲ੍ਹੇ ਤੋਂ, 3 ਗਾਂਧੀ ਨਗਰ ਤੋਂ ਤੇ 1 ਸਾਬਰਕਾਂਠਾ ਤੇ ਖੇੜਾ ਜ਼ਿਲ੍ਹੇ ਤੋਂ ਨੇ। ਉਹਨਾਂ ਨੇ ਕਿਹਾ ਕਿ 4 ਫਰਵਰੀ ਤੋਂ ਬਾਅਦ ਤੋਂ ਇਸ ਪੂਰੇ ਗਰੁੱਪ ਨਾਲ ਸੰਪਰਕ ਨਹੀਂ ਹੋ ਸਕਿਆ। ਚੇਤਨਾ ਨੇ 2 ਏਜੰਟ ਮਹਿੰਦਰ ਪਟੇਲ ਅਤੇ ਉਹਨਾਂ ਦੇ ਸਹਿਯੋਗੀ ਜਾਨੀ ਪਟੇਲ ਉਰਫ ਦਿਵੇਸ਼ ਤੇ ਦੋਸ਼ ਲਗਾਇਆ ਕਿ ਉਹ ਵੱਖ-ਵੱਖ ਨਜਾਇਜ਼ ਰਸਤਿਆਂ ਰਾਹੀਂ ਲੋਕਾਂ ਨੂੰ ਅਮਰੀਕਾ ਭੇਜਦੇ ਨੇ। ਮਹਿਲਾ ਦਾ ਦਾਅਵਾ ਹੈ ਕਿ ਉਸਦੇ ਪਤੀ ਉਹਨਾਂ ਦੇ ਵਹਿਕਾਵੇ 'ਚ ਆ ਕੇ ਹੀ ਅਮਰੀਕਾ ਜਾਣ ਨੂੰ ਤਿਆਰ ਹੋਏ ਸਨ। ਸਾਬਰਕਾਂਠਾ ਜ਼ਿਲ੍ਹੇ ਦੀ ਪੁਲਿਸ ਨੇ IPC ਦੀ ਧਾਰਾ 420 ਅਤੇ 405 ਦੇ ਤਹਿਤ ਇੱਕ ਸ਼ਿਕਾਇਤ ਦਰਜ ਕੀਤੀ ਹੈ। ਜਾਨੀ ਪਟੇਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਉਹਨਾਂ ਦਾ ਮੰਨਣਾ ਹੈ ਕਿ ਸਾਰੇ 9 ਯਾਤਰੀ ਮਰ ਚੁੱਕੇ ਹੋਣਗੇ ਕਿਉਂਕਿ ਉਹਨਾਂ ਨੂੰ ਉਹਨਾਂ ਦੀ ਗ੍ਰਿਫਤਾਰੀ ਬਾਰੇ ਅਮਰੀਕੀ ਅਧਿਕਾਰੀਆਂ ਤੋਂ ਕੋਈ ਸੂਚਨਾ ਹੀ ਨਹੀਂ ਮਿਲੀ ਹੈ। ਹਾਲਾਂਕਿ ਰਬਾਰੀ ਦੀ ਪਤਨੀ ਚੇਤਨਾ ਨੂੰ ਛੱਡ ਕੇ ਹੋਰ ਯਾਤਰੀਆਂ ਦੇ ਪਰਿਵਾਰਾਂ ਦਾ ਕੋਈ ਹੋਰ ਮੈਂਬਰ ਸ਼ਿਕਾਇਤ ਲੈ ਕੇ ਅੱਗੇ ਨਹੀਂ ਆਇਆ। ਜਾਣਕਾਰੀ ਦੇ ਮੁਤਾਬਕ ਜਾਨੀ ਪਟੇਲ ਨੇ ਕਿਸਾਨ ਭਰਤ ਰਬਾਰੀ ਨਾਲ ਵਾਅਦਾ ਕੀਤਾ ਸੀਗਾ ਕਿ ਉਹ ਉਸ ਨੂੰ ਵਰਕ ਪਰਮਿਟ ਤੇ ਅਮਰੀਕਾ ਭੇਜ ਸਕਦਾ ਹੈ। ਇਹ ਸੌਦਾ 70 ਲੱਖ ਰੁਪਏ 'ਚ ਤੈਅ ਹੋਇਆ ਸੀ ਅਤੇ ਭਰਤ ਰਬਾਰੀ ਨੇ 20 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ ਸੀ। ਬਾਕੀ ਰਾਸ਼ੀ ਦਾ ਭੁਗਤਾਨ ਅਮਰੀਕਾ ਪਹੁੰਚਣ ਤੋਂ ਬਾਅਦ ਕੀਤਾ ਜਾਣਾ ਸੀ। ਸਾਬਰਕਾਂਠਾ ਦੇ ਪੁਲਿਸ ਸੁਪਰਡੈਂਟ ਵਿਸ਼ਾਲ ਕੁਮਾਰ ਵਗੀਲਾ ਨੇ FIR ਦਰਜ ਕਰਨ ਤੋਂ ਬਾਅਦ ਕਿਹਾ
ਕਿਰਬਾਰੀ ਜਨਵਰੀ 'ਚ ਨੀਦਰਲੈਂਡ ਪਹੁੰਚਿਆ ਅਤੇ ਫਿਰ ਫਰਵਰੀ 'ਚ ਕੈਰੀਬੀਅਨ ਖੇਤਰ 'ਚ ਪੋਰਟ ਆਫ ਸਪੇਨ ਦੇ ਰਸਤੇ ਡੋਮਿਨਿਕਾ ਪਹੁੰਚਿਆ। ਚੇਤਨਾ ਨੇ ਕਿਹਾ ਕਿ ਉਸ ਦਾ ਆਪਣੇ ਪਤੀ ਨਾਲ ਆਖਰੀ ਸੰਪਰਕ ਉਦੋਂ ਹੋਇਆ ਜਦੋਂ ਉਹ ਮਾਰਟਿਨਿਕ ਦੇ ਵਿੱਚ ਸੀ। ਪੁਲਿਸ ਸੁਪਰਡੈਂਟ ਨੇ ਕਿਹਾ ਕਿ ਪੁਲਿਸ ਨੇ ਪਾਇਆ ਕਿ ਜਾਨੀ ਪਟੇਲ ਅਹਿਮਦਾਬਾਦ ਸਥਿਤ ਮਹਿੰਦਰ ਪਟੇਲ ਦੇ ਅਧੀਨ ਕੰਮ ਕਰਦਾ ਸੀ, ਜਿਸ ਦਾ ਗੁਜਰਾਤ ਭਰ ਦੇ ਜ਼ਿਲ੍ਹਿਆਂ ਦੇ ਏਜੰਟਾਂ ਦੇ ਨਾਲ ਨੈਟਵਰਕ ਸੀ। ਪੁਲਿਸ ਉਸ ਦੀ ਭਾਲ ਕਰ ਰਹੀ ਹੈ। US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇੱਕ ਨਵਾਂ ਸਵੈ ਸੇਵਾ ਟੂਲ ਲਾਂਚ ਕੀਤਾ, ਜਿਸ ਨਾਲ ਫਿੰਗਰਪ੍ਰਿੰਟ ਅਪਾਇੰਟਮੈਂਟ ਨੂੰ ਹੁਣ ਆਨਲਾਈਨ ਰਾਹੀਂ ਤਰੀਕ ਵਿੱਚ ਤਬਦੀਲੀ ਲਿਆਈ ਜਾ ਸਕਦੀ ਹੈ ਅਤੇ ਨਵੀਂ ਤਰੀਕ ਪ੍ਰਾਪਤ ਕੀਤੀ ਜਾ ਸਕਦੀ ਹੈ। USCIS ਗਾਹਕ ਸੇਵਾ ਵਿੱਚ ਸੁਧਾਰ ਕਰ ਰਿਹਾ ਹੈ। ਇਹ ਕਾਰਵਾਈ ਬੈਕਲੌਗ ਦੂਰ ਕਰਨ ਲਈ ਕੀਤੀ ਗਈ ਹੈ। USCIS ਦੇ ਨਿਰਦੇਸ਼ਕ ਐਮ ਜਾਡੋ ਨੇ ਕਿਹਾ, ਅਸੀਂ ਸੇਵਾਵਾਂ ਨੂੰ ਡਿਜ਼ਾਈਨ ਅਤੇ ਪ੍ਰਦਾਨ ਕਰਕੇ ਗਾਹਕ ਅਨੁਭਵ ਨੂੰ ਬਿਹਤਰ ਬਣਾਉਣ ਦੇ ਲਈ ਲਗਾਤਾਰ ਕੰਮ ਕਰ ਰਹੇ ਹਾਂ, ਜਿਸ ਤੱਕ ਸਾਰੀਆਂ ਯੋਗਤਾਵਾਂ ਵਾਲੇ ਲੋਕ ਪਹੁੰਚ ਕਰ ਸਕਣਗੇ। ਪਹਿਲਾਂ ਇਸ ਸੇਵਾ ਲਈ ਮਾਨਤਾ ਪ੍ਰਾਪਤ ਪ੍ਰਤੀਨਿਧਿਤ ਵੱਲੋਂ USCIS ਸੰਪਰਕ ਕੇਂਦਰ ਨੂੰ ਕਾਲ ਕਰਕੇ ਫਿੰਗਰਪ੍ਰਿੰਟ ਸੇਵਾਵਾਂ ਦੀ ਮੁਲਾਕਾਤ ਨੂੰ ਰੀਕੈਜੂਅਲ ਕਰਨ ਦੇ ਲਈ ਬੇਨਤੀ ਕੀਤੀ ਗਈ ਸੀ। ਇਸ ਨਵੇਂ ਟੂਲ ਦੇ ਨਾਲ ਉਹ ਵਿਅਕਤੀ ਜਿਨ੍ਹਾਂ ਕੋਲ USCIS ਆਨਲਾਈਨ ਖਾਤਾ ਹੈ ਜਾਂ ਬਣਾਉਂਦੇ ਨੇ, ਉਹ ਸੰਪਰਕ ਕੇਂਦਰ ਨੂੰ ਕਾਲ ਕੀਤੇ ਬਿਨਾਂ ਬਾਇਓਮੈਟ੍ਰਿਕ ਸੇਵਾਵਾਂ ਦੀਆਂ ਮੁਲਾਕਾਤਾਂ ਲਈ ਯਾਨੀ ਕਿ ਇੰਟਰਵਿਊਜ਼ ਦੇ ਲਈ ਜ਼ਿਆਦਾਤਰ ਬੇਨਤੀਆਂ ਨੂੰ ਰੀਕੈਜੂਅਲ ਕਰ ਸਕਦੇ ਨੇ। ਨਵੇਂ ਟੂਲ ਦੀ ਵਰਤੋਂ ਵਾਰ-ਵਾਰ ਨਹੀਂ ਕੀਤੀ ਜਾ ਸਕਦੀ ਅਤੇ ਲੰਘੀ ਚੁੱਕੀ ਅਪਾਇੰਟਮੈਂਟ ਜਾਂ ਅਗਲੇ ਦਿਨ ਆਉਣ ਵਾਲੀ ਅਪਾਇੰਟਮੈਂਟ ਨੂੰ ਰੀਕੈਜੂਅਲ ਨਹੀਂ ਕੀਤਾ ਜਾ ਸਕਦਾ। ਇੱਕ ਪਾਸੇ ਜਿੱਥੇ ਫੈਡਰਲ ਸਰਕਾਰ ਵੱਲੋਂ ਇਮੀਗ੍ਰੈਂਟਸ ਨੂੰ ਦਿਲ ਖੋਲ ਕੇ ਕੈਨੇਡਾ ਸੱਦਣ ਦੀ ਨਿਖੇਧੀ ਕੀਤੀ ਜਾ ਰਹੀ ਹੈ, ਉੱਥੇ ਇੱਕ ਨਵੀਂ ਰਿਪੋਰਟ ਦੇ ਅਨੁਸਾਰ ਦੇਸ਼ ਦੀ ਉਮਰ ਦਰਾਜ਼ ਹੋ ਰਹੀ ਆਬਾਦੀ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਅਜੇ ਹੋਰ ਨਿਊ ਕਮਰਸ ਨੂੰ ਸੱਦਣ ਦੀ ਲੋੜ ਉਤੇ ਜ਼ੋਰ ਦਿੱਤਾ ਗਿਆ ਹੈ। ਇਹ ਪਿਛਲੇ ਸੋਮਵਾਰ ਨੂੰ ਜਾਰੀ ਕੀਤੀ ਗਈ ਨਵੀਂ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਉਮਰ ਦਰਾਜ਼ ਹੋ ਚੁੱਕੇ ਕੈਨੇਡੀਅਨਸ ਦੇ ਅਨੁਪਾਤ ਨੂੰ ਮੇਨਟੇਨ ਕਰਨ ਦੇ ਲਈ ਵਰਕਿੰਗ ਏਜ ਦੇ ਕੈਨੇਡੀਅਨਸ ਦੀ ਆਬਾਦੀ ਕਿੰਨੀ ਹੋਣੀ ਚਾਹੀਦੀ ਹੈ। ਇਸ ਵਿੱਚ 15 ਤੋਂ 64 ਸਾਲ ਦਰਮਿਆਨ ਉਮਰ ਅਤੇ 65 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਦਾ ਵੇਰਵਾ ਜਾਰੀ ਕੀਤਾ ਗਿਆ ਅਤੇ ਇਹਨਾਂ ਦਾ ਤੁਲਨਾਤਮਕ ਅਧਿਐਨ ਕੀਤਾ ਗਿਆ ਹੈ। ਇਸ ਰਿਪੋਰਟ ਦੇ ਵਿੱਚ ਆਖਿਆ ਗਿਆ ਹੈ ਕਿ ਵਰਕਿੰਗ ਏਜ ਦੀ ਆਬਾਦੀ ਨੂੰ 2.2% ਦੇ ਹਿਸਾਬ ਦੇ ਨਾਲ ਹਰ ਸਾਲ ਵਧਾਏ ਜਾਣ ਦੀ ਲੋੜ ਹੈ। ਇਸ ਨਾਲ ਹੀ 2040 ਤੱਕ ਉਨੀ ਆਬਾਦੀ ਮੇਨਟੇਨ ਰੱਖੀ ਜਾ ਸਕੇਗੀ ਜਿੰਨੀ 2022 ਚ ਸੀ। ਇਹ ਵੀ ਆਖਿਆ ਗਿਆ ਕਿ ਜੇ ਦੇਸ਼ ਨੂੰ 1950 ਤੇ 2015 ਦਰਮਿਆਨ ਵਾਲੇ ਸਮੇਂ ਮੁਤਾਬਕ ਵਰਕਿੰਗ ਏਜ ਵਾਲੇ ਲੋਕਾਂ ਉੱਤੇ ਨਿਰਭਰਤਾ ਚਾਹੀਦੀ ਹੈ ਤਾਂ ਕੈਨੇਡੀਅਨਸ ਦੀ ਗਿਣਤੀ 4.5% ਦੇ ਹਿਸਾਬ ਦੇ ਨਾਲ ਜਿਹੜੀ ਹੈ ਉਹ ਲਗਾਤਾਰ ਵਧਣੀ ਚਾਹੀਦੀ ਹੈ। ਇਸ ਰਿਪੋਰਟ ਨੂੰ ਤਿਆਰ ਕਰਨ ਵਾਲੇ ਨੇ ਦੱਸਿਆ ਹੈ ਕਿ ਜਿਹੜੇ ਸੀਨੀਅਰ ਡਾਇਰੈਕਟਰ ਆਫ ਕੈਨੇਡੀਅਨ ਇਕਨੋਮਿਕਸ ਰੈਡਲ ਨੇ ਕਿਹਾ ਹੈ ਕਿ ਇੰਜ ਮਹਿਸੂਸ ਹੁੰਦਾ ਹੈ ਕਿ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੇ ਪੱਧਰ ਸੰਬੰਧੀ ਗੱਲਬਾਤ ਅਸਲ ਵਿੱਚ ਕੈਨੇਡੀਅਨ ਹਾਊਸਿੰਗ ਮਾਰਕੀਟ ਉੱਤੇ ਪੈਣ ਵਾਲੇ ਪ੍ਰਭਾਵ ਉੱਤੇ ਕੇਂਦਰਿਤ ਹੋਣੀ ਚਾਹੀਦੀ ਹੈ। ਇਸ ਦੇ ਲਈ ਇਹ ਵੀ ਆਖਿਆ ਜਾ ਰਿਹਾ ਕਿ ਕੈਨੇਡਾ ਲਈ ਇਮੀਗ੍ਰੇਸ਼ਨ ਦਾ ਮੁੱਦਾ ਕਾਫੀ ਅਹਿਮ ਹੈ ਤੇ ਸਾਨੂੰ ਹੋਰ ਇਮੀਗ੍ਰੈਂਟਸ ਦੀ ਲੋੜ ਹੈ। ਅਮਰੀਕਾ 'ਚ ਤਕਰੀਬਨ 2 ਸਾਲਾਂ 'ਚ ਗੈਰ ਕਾਨੂੰਨੀ ਨਾਗਰਿਕਾਂ ਦੀ ਭਾਰੀ ਗਿਣਤੀ 'ਚ ਆਮਦ ਹੋਈ ਹੈ। ਇੱਕ ਸਰਵੇ ਦੇ ਮੁਤਾਬਕ ਅਮਰੀਕਾ 'ਚ ਪਿਛਲੇ 2 ਸਾਲਾਂ ਦੌਰਾਨ 2.3 ਮਿਲੀਅਨ ਲੋਕ ਗੈਰ ਕਾਨੂੰਨੀ ਤੌਰ ਤੇ ਦਾਖਲ ਹੋਏ ਨੇ। ਜਨਗਣਨਾ ਬਿਊਰੋ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਇਸ ਵਕਤ ਤਕਰੀਬਨ 1 ਕਰੋੜ 70 ਲੱਖ ਗੈਰ ਕਾਨੂੰਨੀ ਨਾਗਰਿਕ ਅਮਰੀਕਾ 'ਚ ਰਹਿੰਦੇ ਨੇ। ਅਪ੍ਰੈਲ 2023 ਤੱਕ ਸੰਯੁਕਤ ਰਾਜ ਅਮਰੀਕਾ ਦੀ ਵਿਦੇਸ਼ੀ ਮੂਲ ਦੀ ਆਬਾਦੀ ਕੇਵਲ 50 ਮਿਲੀਅਨ ਤੋਂ ਘੱਟ ਸੀ, ਜੋ ਹੁਣ ਤੱਕ ਦੀ ਸਭ ਤੋਂ ਉੱਚੀ ਹੈ। ਅਮਰੀਕਾ ਦੇ ਹਰ 3 ਵਿਦੇਸ਼ੀ ਮੂਲ ਨਿਵਾਸੀਆਂ 'ਚੋਂ ਇੱਕ ਗੈਰ ਕਾਨੂੰਨੀ ਪ੍ਰਵਾਸੀ ਹੈ। 20 ਜਨਵਰੀ 2021 ਅਤੇ 30 ਅਪ੍ਰੈਲ 2023 ਦੇ ਵਿਚਕਾਰ ਲਗਭਗ 2.3 ਮਿਲੀਅਨ ਨਵੇਂ ਗੈਰ ਕਾਨੂੰਨੀ ਲੋਕਾਂ ਨੇ ਅਮਰੀਕਾ 'ਚ ਨਿਵਾਸ ਕੀਤਾ। ਮੌਜੂਦਾ ਗੈਰ ਕਾਨੂੰਨੀ ਨਾਗਰਿਕਾਂ ਦੀ ਆਬਾਦੀ 4 ਅਮਰੀਕੀ ਰਾਜਾਂ ਕੈਲੀਫੋਰਨੀਆ, ਟੈਕਸਸ, ਫਲੋਰੀਡਾ ਅਤੇ ਨਿਊਯਾਰਕ ਤੋਂ ਇਲਾਵਾ ਸਭ ਤੋਂ ਵੱਧ ਹੈ। ਗੈਰ ਕਾਨੂੰਨੀ ਇਮੀਗ੍ਰੇਸ਼ਨ ਦੀ ਮੌਜੂਦਾ ਰਫ਼ਤਾਰ ਦੇ ਨਾਲ 2010 ਦੇ ਪੂਰੇ ਦਹਾਕੇ ਦੇ ਮੁਕਾਬਲੇ ਬਾਈਡਨ ਪ੍ਰਸ਼ਾਸਨ ਦੇ ਪਹਿਲੇ 3 ਸਾਲਾਂ ਦੇ ਵਿੱਚ ਵਧੇਰੇ ਗੈਰ ਕਾਨੂੰਨੀ ਨਾਗਰਿਕ ਅਮਰੀਕਾ 'ਚ ਦਾਖਲ ਹੋਏ ਨੇ। ਗੈਰ ਕਾਨੂੰਨੀ ਨਾਗਰਿਕ ਆਬਾਦੀ 'ਚ ਤਿੱਖੇ ਵਾਧੇ ਦੇ ਨਾਲ ਅਮਰੀਕੀ ਕਰਦਾਤਾਵਾਂ ਲਈ ਲਾਗਤ 'ਚ ਤਿੱਖਾ ਵਾਧਾ ਹੁੰਦਾ ਹੈ। ਪਿਛਲੇ ਸਾਲ 'ਚ ਨਵੇਂ ਗੈਰ ਕਾਨੂੰਨੀ ਨਾਗਰਿਕਾਂ ਦੀ ਬੇਮਿਸਾਲ ਪੱਧਰ ਤੇ ਆਮਦ ਦੇ ਨਾਲ ਗੈਰ ਕਾਨੂੰਨੀ ਇਮੀਗ੍ਰੇਸ਼ਨ ਦੇ ਖਰਚਿਆਂ 'ਚ ਸਾਲਾਨਾ 12.6 ਬਿਲੀਅਨ ਡਾਲਰ ਦਾ ਵਾਧਾ ਹੋਇਆ। ਗੈਰ ਕਾਨੂੰਨੀ ਇਮੀਗ੍ਰੇਸ਼ਨ ਦੀ ਮੌਜੂਦਾ ਗਤੀ ਦੇ 2026 ਤੱਕ ਸਾਲਾਨਾ ਸ਼ੁੱਧ ਲਾਗਤ 200 ਬਿਲੀਅਨ ਡਾਲਰ ਤੋਂ ਵੱਧ ਜਾਏਗੀ। ਸਰਵੇਖਣ ਦੇ ਅਨੁਸਾਰ 16.8 ਮਿਲੀਅਨ ਖਰਚ ਇੱਕ ਅਨੁਮਾਨ ਹੀ ਹੈ। ਜਨਗਣਨਾ ਬਿਊਰੋ ਆਪਣੇ ਸਾਲਾਨਾ ਅਮਰੀਕਨ ਕਮਿਊਨਿਟੀ ਸਰਵੇ ਅਤੇ ਇਸ ਤੇ ਮਾਸਿਕ ਮੌਜੂਦਾ ਆਬਾਦੀ ਸਰਵੇਖਣ ਵਿੱਚ ਵਿਦੇਸ਼ੀ ਜਨਮੀ ਆਬਾਦੀ ਅਤੇ ਉਸ ਆਬਾਦੀ ਦੇ ਉਪ ਸਮੂਹ ਨੂੰ ਮਾਪਦਾ ਹੈ ਜੋ ਇੱਥੇ ਗੈਰ ਕਾਨੂੰਨੀ ਤੌਰ ਤੇ ਹੈ। ਅਮਰੀਕਾ 'ਚ ਗੈਰ ਕਾਨੂੰਨੀ ਆਬਾਦੀ ਜਨਗਣਨਾ ਬਿਊਰੋ ਦੇ ਮਾਪਦੰਡ 30% ਤੋਂ ਵੀ ਵੱਧ ਹੋ ਸਕਦੇ ਨੇ ਕਿਉਂਕਿ ਬਹੁਤੇ ਲੋਕ ਪੁੱਛਗਿੱਛ ਦੌਰਾਨ ਆਪਣਾ ਵੇਰਵਾ ਨਹੀਂ ਦਿੰਦੇ। ਇਸ ਤੋਂ ਇਲਾਵਾ ਬਿਊਰੋ ਦੇ ਸਰਵੇਖਣ ਨਮੂਨੇ ਕੇਵਲ
ਨਿਸ਼ਚਿਤ ਪਤੇ ਵਾਲੇ ਲੋਕਾਂ ਨੂੰ ਟਰੈਕ ਕਰਦੇ ਨੇ ਜੋ ਸਰਕਾਰ ਕੋਲ ਫਾਈਲ ਤੇ ਨੇ। ਨਵੇਂ ਆਉਣ ਵਾਲੇ ਗੈਰ ਕਾਨੂੰਨੀ ਲੋਕਾਂ ਦੀ ਇੱਕ ਵੱਡੀ ਪਰਸੈਂਟ ਆਬਾਦੀ ਅਸਥਾਈ ਸ਼ੈਲਟਰਾਂ 'ਚ ਰਹਿ ਰਹੀ ਹੈ। ਸਰਵੇਖਣ 'ਚ ਗੌਟਵੇਜ਼ ਜਾਂ ਹੋਰ ਵਿਅਕਤੀਆਂ ਦੀ ਵੱਡੀ ਗਿਣਤੀ ਨੂੰ ਵੀ ਸ਼ਾਮਲ ਨਹੀਂ ਕੀਤਾ ਗਿਆ ਜਿਨ੍ਹਾਂ ਨੂੰ ਅਮਰੀਕਾ ਵਿੱਚ ਪੈਰੋਲ ਤੇ ਰਿਹਾ ਕੀਤਾ ਗਿਆ ਹੈ ਅਤੇ ਰਡਾਰ ਦੇ ਅਧੀਨ ਰਹਿੰਦੇ ਨੇ। ਫਿਰ ਵੀ ਅਮਰੀਕਾ 'ਚ ਗੈਰ ਕਾਨੂੰਨੀ ਆਬਾਦੀ ਦਾ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੈ। ਬਰਤਾਨੀਆ 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀਆਂ ਡਿਗਰੀਆਂ ਉੱਥੋਂ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਫਸੀਆਂ ਹੋਈਆਂ ਨੇ। ਅਜਿਹੇ 'ਚ ਹੁਣ ਇਹ ਸਾਰੇ ਵਿਦਿਆਰਥੀ ਆਪਣੇ ਵਤਨ ਪਰਤਣਗੇ। ਡਿਗਰੀ ਤੋਂ ਬਿਨਾਂ ਇਹ ਵਿਦਿਆਰਥੀ ਅਗਲੇਰੀ ਪੜ੍ਹਾਈ ਅਤੇ ਕਿਸੇ ਨੌਕਰੀ ਲਈ ਅਪਲਾਈ ਨਹੀਂ ਕਰ ਸਕਦੇ। ਬਰਤਾਨੀਆ ਦੀਆਂ ਕਰੀਬ 145 ਯੂਨੀਵਰਸਿਟੀਜ਼ ਦੇ ਵਿੱਚ 4 ਮਹੀਨਿਆਂ ਤੋਂ ਹੜਤਾਲ ਚੱਲ ਰਹੀ ਹੈ, ਜਿਸ ਕਾਰਨ ਉੱਥੇ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟ ਦੇ ਮੁਤਾਬਕ ਯੂਨੀਵਰਸਿਟੀਜ਼ ਦੇ ਪ੍ਰੀਖਿਆਰਥੀ ਹੜਤਾਲ ਤੇ ਨੇ ਤੇ ਇਸ ਕਾਰਨ ਕਾਪੀਆਂ ਦੀ ਜਾਂਚ ਨਹੀਂ ਹੋ ਸਕੀ। ਨਿਯਮਾਂ ਦੇ ਮੁਤਾਬਕ ਬ੍ਰਿਟੇਨ ਵਿੱਚ ਪੜ੍ਹਾਈ ਪੂਰੀ ਕਰਨ ਦੇ 2 ਮਹੀਨਿਆਂ ਦੇ ਅੰਦਰ ਡਿਗਰੀ ਉੱਥੇ ਜਮ੍ਹਾਂ ਕਰਵਾਉਣੀ ਪੈਂਦੀ ਹੈ। ਇਹ ਸਨ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਕੁਝ ਅਪਡੇਟਸ। ਤੁਸੀਂ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ। ਸ਼ੁਕਰੀਆ। ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।